ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 10th ਸਾਇੰਸ ਲੈਸਨ ਨੰਬਰ 1 ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ ਭਾਵ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ ਦੇ ਕੁਐਸਚਨ ਆਨਸਰ ਜੋ ਕਿ ਪੰਨਿਆਂ ਦੇ ਵਿੱਚ ਹਨ, ਅਭਿਆਸ ਦੇ ਵਿੱਚ ਕੁਐਸਚਨ ਆਨਸਰ ਹਨ। ਇਹ ਸਾਰੇ ਜੋ ਕਿ ਚੰਗੀ ਤਰ੍ਹਾਂ ਸੋਲਵ ਕੀਤੇ ਹੋਏ ਹਨ ਅਤੇ ਸਮਝਾਏ ਹੋਏ ਹਨ, ਤੁਹਾਡੇ ਨਾਲ ਮੈਂ ਸਾਂਝੇ ਕਰਨ ਜਾ ਰਿਹਾ ਹਾਂ। ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਤਾਂ ਕਿ ਤੁਹਾਡੇ ਜੋ ਬੁੱਕ ਦੇ ਅਭਿਆਸ ਵਾਲੇ ਪ੍ਰਸ਼ਨ ਹਨ ਅਤੇ ਪਹਿਲੇ ਪੰਨਿਆਂ ਵਾਲੇ ਪ੍ਰਸ਼ਨ ਉੱਤਰ ਹਨ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕਣ, ਉਹ ਤੁਹਾਡੇ ਨਾਲ ਸਾਂਝੇ ਕੀਤੇ ਹਨ। ਇਸ ਕਰਕੇ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਣਾ ਹੈ। ਅਧਿਆਇ ਦੇ ਅੰਦਰਲੇ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ। ਪ੍ਰਸ਼ਨ ਨੰਬਰ 1 ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ? ਸਾਡੀ ਬੁੱਕ ਦੇ ਵਿੱਚ ਜੋ ਐਕਟੀਵਿਟੀ ਹੈ, ਕਿਰਿਆ ਹੈ, ਉਹ ਆਪਾਂ ਜੋ ਹੈ ਤੁਸੀਂ ਕੀਤੀ ਵੀ ਹੋਏਗੀ। ਇਸ ਦਾ ਉੱਤਰ ਹੈ ਕਿਉਂਕਿ ਹਵਾ ਵਿੱਚ ਮੈਗਨੀਸ਼ੀਅਮ ਰਿਬਨ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜੰਮ ਜਾਂਦੀ ਹੈ ਜੋ ਮੈਗਨੀਸ਼ੀਅਮ ਦੇ ਜਲਣ ਵਿੱਚ ਰੁਕਾਵਟ ਬਣਦੀ ਹੈ। ਇਸ ਕਰਕੇ ਆਪਾਂ ਉਸ ਨੂੰ ਪਹਿਲੇ ਜੋ ਮੈਗਨੀਸ਼ੀਅਮ ਰਿਬਨ ਹੈ ਉਸ ਨੂੰ ਆਪਾਂ ਰੇਗ ਮਾਰ ਨਾਲ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਅਤੇ ਫਿਰ ਉਸ ਨੂੰ ਜਲਾਉਂਦੇ ਹਾਂ ਤਾਂ ਉਹ ਆਸਾਨੀ ਨਾਲ ਜਲ ਜਾਂਦਾ ਹੈ। ਪ੍ਰਸ਼ਨ ਨੰਬਰ 2 ਹੇਠ ਲਿਖੀਆਂ ਰਸਾਇਣਿਕ ਕਿਰਿਆਵਾਂ ਦੀ ਸੰਤੁਲਿਤ ਰਸਾਇਣਿਕ ਸਮੀਕਰਨਾਂ ਲਿਖੋ। ਨੰਬਰ 1 ਤੇ ਹੈ ਹਾਈਡਰੋਜਨ ਪਲੱਸ ਕਲੋਰੀਨ, ਐਰੋਮਾਕਸ ਤੇ ਹਾਈਡਰੋਜਨ ਅਤੇ ਕਲੋਰਾਈਡ। ਬੇਟੀ ਇਸ ਨੂੰ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ, ਇਸ ਨੂੰ ਆਪਾਂ ਹੁਣ ਜੋ ਨੀਚੇ ਇਸ ਦੇ ਲਿਖੇ ਹੋਏ ਹਨ H2 plus Cl2 we will get 2HCl ਹਾਈਡਰੋਕਲੋਰਿਕ ਐਸਿਡ ਬਣੇਗਾ। ਇਸ ਨੂੰ ਆਪਾਂ ਨੀਚੇ ਜੋ ਸੰਕੇਤਾਂ ਵਿੱਚ ਲਿਖਣਾ ਹੈ। ਨੰਬਰ 2 ਤੇ ਹੈ ਸੋਡੀਅਮ ਕਲੋਰਾਈਡ, ਵੇਰੀਅਮ ਕਲੋਰਾਈਡ ਪਲੱਸ ਐਲੂਮੀਨੀਅਮ ਸਲਫੇਟ। ਕੀ ਬਣੇਗਾ? ਵੇਰੀਅਮ ਸਲਫੇਟ ਪਲੱਸ ਐਲੂਮੀਨੀਅਮ ਕਲੋਰਾਈਡ ਨੂੰ ਵੀ ਨੀਚੇ ਸੰਕੇਤਾਂ ਵਿੱਚ ਲਿਖਿਆ ਹੋਇਆ, ਤੁਸੀਂ ਉਸ ਨੂੰ ਚੰਗੀ ਤਰ੍ਹਾਂ ਕਾਪੀ ਵਿੱਚ ਲਿਖ ਲੈਣਾ ਹੈ ਅਤੇ ਯਾਦ ਕਰ ਲੈਣਾ ਹੈ। ਪ੍ਰਸ਼ਨ ਨੰਬਰ 3 ਨਿਮਨਲਿਖਤ ਰਸਾਇਣਿਕ ਕਿਰਿਆਵਾਂ ਲਈ ਸੰਕੇਤਾਂ ਸਾਹਿਤ ਸੰਤੁਲਿਤ ਸਮੀਕਰਨਾਂ ਲਿਖੋ। ਇਸ ਦਾ ਨੰਬਰ 1 ਤੇ ਹੈ ਵੇਰੀਅਮ ਕਲੋਰਾਈਡ ਅਤੇ ਸੋਡੀਅਮ ਸਲਫੇਟ ਦੇ ਘੋਲ ਵਿੱਚ ਸੋਡੀਅਮ ਸਲਫੇਟ ਦੇ ਪਾਣੀ ਵਿੱਚ ਘੋਲ ਆਪਸ ਵਿੱਚ ਕਿਰਿਆ ਕਰਕੇ ਅਘੁਲ ਵੇਰੀਅਮ ਸਲਫੇਟ ਅਤੇ ਸੋਡੀਅਮ ਕਲੋਰਾਈਡ ਦਾ ਘੋਲ ਪੈਦਾ ਕਰਦੇ ਹਨ। ਇਸ ਦੀ ਆਪਾਂ ਜੋ ਸਮੀਕਰਨ ਨੀਚੇ ਲਿਖੀ ਹੋਈ ਹੈ VaCl2 ਐਕੁਅਸ ਫਾਰਮ, ਭਾਵ ਕਿ ਇਸ ਨੂੰ ਬ੍ਰੈਕਟ ਵਿੱਚ ਜੋ ਲਿਖਿਆ ਹੋਇਆ ਹੈ ਇਸ ਦਾ ਮਤਲਬ ਹੈ ਕਿ ਇਹ ਐਕੁਅਸ ਫਾਰਮ ਵਿੱਚ ਹੈ। ਜੋ ਸੋਡੀਅਮ ਸਲਫੇਟ ਬਣਦਾ ਉਹ ਵੀ ਐਕੁਅਸ ਫਾਰਮ ਦੇ ਵਿੱਚ ਹੈ। VaSO4 ਸੋਲਿਡ ਹੈ, ਭਾਵ ਠੋਸ ਹੈ, ਅਤੇ ਸੋਡੀਅਮ ਕਲੋਰਾਈਡ ਜੋ ਹੈ ਉਹ ਵੀ ਐਕੁਅਸ ਫਾਰਮ ਦੇ ਵਿੱਚ ਹੈ। ਇਸੇ ਤਰ੍ਹਾਂ ਸਮੀਕਰਨ ਨੰਬਰ 2 ਦਾ ਜੋ ਹੈ ਸੋਲਿਊਸ਼ਨ NaOH, ਇਹਦਾ ਉੱਤਰ ਐਕੁਅਸ ਫਾਰਮ ਵਿੱਚ ਪਲੱਸ HCl, ਇਹ ਵੀ ਐਕੁਅਸ ਫਾਰਮ ਵਿੱਚ ਹੈ। ਅਤੇ ਇਸੇ ਤਰ੍ਹਾਂ ਕੀ ਬਣਦਾ ਹੈ NaCl ਐਕੁਅਸ ਫਾਰਮ ਵਿੱਚ ਪਲੱਸ H2O ਜੋ ਹੈ L ਲਿਕੁਇਡ ਫਾਰਮ ਦੇ ਵਿੱਚ ਹੈ। ਪ੍ਰਸ਼ਨ ਨੰਬਰ 4 ਕਿਸੇ ਵਸਤੂ X ਦਾ ਘੋਲ ਸਫੈਦੀਕਰਨ ਲਈ ਉਪਯੋਗ ਕੀਤਾ ਜਾਂਦਾ ਹੈ। ਨੰਬਰ 1 ਤੇ ਹੈ ਵਸਤੂ X ਦਾ ਨਾਮ ਅਤੇ ਉਸ ਦਾ ਸੂਤਰ ਲਿਖੋ। ਹਾਂਜੀ, ਜਿਹੜਾ ਵਸਤੂ X ਇਹਦੇ ਵਿੱਚ ਲਈ ਗਈ ਹੈ ਉਸ ਦਾ ਨਾਮ ਹੈ ਕੈਲਸ਼ੀਅਮ ਆਕਸਾਈਡ, ਭਾਵ ਕਿ ਅਣਬੁਝਿਆ ਹੋਇਆ ਚੂਨਾ, ਅਤੇ ਇਸ ਦਾ ਸੂਤਰ ਹੈ CaO ਭਾਵ ਕੈਲਸ਼ੀਅਮ ਆਕਸਾਈਡ। ਉਪਰੋਕਤ ਇੱਕ ਵਿੱਚ ਲਿਖੀ ਵਸਤੂ X ਦੀ ਪਾਣੀ ਨਾਲ ਹੁੰਦੀ ਕਿਰਿਆ ਲਿਖੋ। ਇਸ ਦੀ ਜੋ ਰਿਐਕਸ਼ਨ ਹੈ ਨੀਚੇ ਲਿਖੀ ਹੋਈ ਹੈ ਨੰਬਰ 2 ਤੇ CaO ਕੈਲਸ਼ੀਅਮ ਆਕਸਾਈਡ ਜੋ ਅਣਬੁਝਿਆ ਹੋਇਆ ਚੂਨਾ ਹੈ ਇਹ ਸੋਲਿਡ ਫਾਰਮ ਵਿੱਚ ਹੈ, ਪਲੱਸ ਜਦੋਂ ਇਸ ਨੂੰ ਪਾਣੀ ਵਿੱਚ ਘੋਲ ਦਿੰਦੇ ਆ H2O ਲਿਕੁਇਡ ਬ੍ਰੈਕਟ ਵਿੱਚ ਲਿਖਿਆ ਹੋਇਆ ਲਿਕੁਇਡ ਫਾਰਮ ਦੇ ਵਿੱਚ, ਤਾਂ ਕੀ ਬਣਦਾ ਹੈ ਕੈਲਸ਼ੀਅਮ ਹਾਈਡਰੋਕਸਾਈਡ ਭਾਵ ਬੁਝਿਆ ਹੋਇਆ ਚੂਨਾ ਬਣਦਾ ਹੈ CaOH2 ਐਕੁਅਸ ਫਾਰਮ ਦੇ ਵਿੱਚ। ਅਤੇ ਇਸ ਤਰ੍ਹਾਂ ਆਪਾਂ ਜਦ ਦੱਸ ਸਕਦੇ ਕਿ ਜਿਹੜਾ X ਵਸਤੂ ਦਾ ਨਾਮ ਹੈ ਕੈਲਸ਼ੀਅਮ ਆਕਸਾਈਡ ਭਾਵ ਅਣਬੁਝਿਆ ਚੂਨਾ, ਅਤੇ ਇਸ ਦਾ ਸੂਤਰ ਜੋ ਹੈ CaO ਹੈ। ਅਤੇ ਬਣਦਾ ਕੀ ਹੈ ਕੈਲਸ਼ੀਅਮ ਹਾਈਡਰੋਕਸਾਈਡ। ਜਦੋਂ CaO ਭਾਵ ਕੈਲਸ਼ੀਅਮ ਆਕਸਾਈਡ ਪਾਣੀ ਨਾਲ ਕਿਰਿਆ ਕਰਦਾ ਹੈ ਤਾਂ ਕੈਲਸ਼ੀਅਮ ਹਾਈਡਰੋਕਸਾਈਡ ਭਾਵ ਬੁਝਿਆ ਹੋਇਆ ਚੂਨਾ ਪ੍ਰੋਡਕਟ ਜਾਂ ਸਾਡਾ ਉਤਪਾਦ ਬਣਦਾ ਹੈ। ਪ੍ਰਸ਼ਨ ਨੰਬਰ 5
ਜੋ ਇਸ ਵਿੱਚ ਕਿਰਿਆ ਦਿਖਾਈ ਗਈ ਹੈ, ਇਸ ਵਿੱਚ ਇੱਕ ਪਰਖ ਨਲੀ ਵਿੱਚ ਇਕੱਠੀ ਹੋਈ ਗੈਸ ਦਾ ਮਾਤਰਾ ਦੂਜੀ ਨਾਲੋਂ ਦੁੱਗਣੀ ਕਿਉਂ ਹੁੰਦੀ ਹੈ, ਉਸ ਗੈਸ ਦਾ ਨਾਂ ਦੱਸੋ। ਬੇਟੇ ਜੋ ਹੈ ਇਹ ਪਾਣੀ ਦਾ, ਇਸ ਕਿਰਿਆ ਜੋ ਹੈ ਆਪਾਂ ਇਹਦੇ ਵਿੱਚ ਕੀਤੀ ਹੋਈ ਹੈ ਉਹ ਹੈ ਪਾਣੀ ਦਾ ਬਿਜਲਈ ਅਪਘਟਨ, ਭਾਵ ਡੀਕੰਪੋਜੀਸ਼ਨ ਆਫ ਵਾਟਰ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਪਾਣੀ ਨੂੰ ਆਪਾਂ ਇੱਕ ਕੰਟੇਨਰ ਵਿੱਚ ਲੈ ਕੇ, ਇੱਕ ਮੱਗ ਦੇ ਵਿੱਚ ਲੈ ਕੇ, ਉਸ ਵਿੱਚ 2 ਇਲੈਕਟ੍ਰੋਡ ਫਿੱਟ ਕੀਤੇ ਹੋਏ ਜੋ ਗ੍ਰੇਫਾਈਟ ਦੀ ਰੌਡ ਹਨ, ਅਤੇ ਉਹਨਾਂ ਵਿੱਚੋਂ ਇੱਕ ਇਲੈਕਟ੍ਰੋਡ ਐਨੋਡ ਦਾ ਕੰਮ ਕਰਦਾ ਹੈ ਅਤੇ ਦੂਜਾ ਕੈਥੋਡ ਦਾ ਕੰਮ ਕਰਦਾ ਹੈ। ਨੀਚੇ ਬੈਟਰੀ ਲੱਗੀ ਹੋਈ ਹੈ। ਜਦੋਂ ਸਵਿਚ ਔਨ ਕਰਦੇ ਹਾਂ ਤਾਂ ਰਿਐਕਸ਼ਨ ਸਟਾਰਟ ਹੋ ਜਾਂਦਾ ਹੈ, ਉਸ ਵਿੱਚ ਬਿਜਲੀ ਧਾਰਾ ਲੰਘਣੀ ਸ਼ੁਰੂ ਹੋ ਜਾਂਦੀ ਹੈ, ਇਲੈਕਟ੍ਰਿਕ ਕਰੰਟ ਪਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਉਸ ਨਾਲ ਕੀ ਹੁੰਦਾ ਹੈ, ਇਸ ਦੇ ਵਿੱਚ ਪਰਖ ਨਲੀ ਵਿੱਚ 2 ਗੈਸਾਂ ਇਕੱਠੀਆਂ ਹੁੰਦੀਆਂ ਹਨ। ਆਪਾਂ ਦੇਖਦੇ ਹਾਂ ਕਿ ਜੋ ਕੈਥੋਡ ਵੱਲ ਦੇ ਪਾਸੇ ਹੈ ਉਹ ਹਾਈਡਰੋਜਨ ਗੈਸ ਹੈ ਜੋ ਕਿ ਦੁੱਗਣੀ ਹੈ, ਉਸਨੇ ਦੁੱਗਣੀ ਥਾਂ ਲਈ ਹੋਈ ਹੈ ਹਾਈਡਰੋਜਨ ਗੈਸ ਨੇ। ਅਤੇ ਜੋ ਐਨੋਡ ਵੱਲ ਦੇ ਪਾਸੇ ਹੈ ਉਹ ਥੋੜ੍ਹਾ ਥਾਂ ਹੈ, ਉੱਪਰ ਖਾਲੀ ਹੈ, ਕਿਉਂਕਿ ਆਕਸੀਜਨ ਗੈਸ ਘੱਟ ਹੁੰਦੀ ਹੈ, ਕਿਉਂਕਿ ਪਾਣੀ ਦਾ ਸੰਕੇਤ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ H2O ਹੁੰਦਾ ਹੈ, ਭਾਵ ਕਿ ਹਾਈਡਰੋਜਨ ਦੁੱਗਣੀ ਮਾਤਰਾ ਵਿੱਚ ਕੈਥੋਡ 'ਤੇ ਇਕੱਠੀ ਹੁੰਦੀ ਹੈ ਅਤੇ ਐਨੋਡ 'ਤੇ ਜੋ ਹੈ ਆਕਸੀਜਨ ਅੱਧੀ ਮਾਤਰਾ ਵਿੱਚ ਇਕੱਠੀ ਹੁੰਦੀ ਹੈ। ਇਸ ਕਰਕੇ ਜੋ ਜਿਹੜਾ ਆ ਕੈਥੋਡ ਵੱਲ ਦਾ ਪਾਸਾ, ਜੋ ਹਾਈਡਰੋਜਨ ਵੱਲ ਦੀ ਸਾਈਡ ਹੈ, ਉਸ ਵਿੱਚ ਦੁੱਗਣੀ ਥਾਂ ਖਾਲੀ ਹੈ, ਕਿਉਂਕਿ ਉਸ ਵਿੱਚ ਦੁੱਗਣੀ ਹਾਈਡਰੋਜਨ ਗੈਸ ਭਰੀ ਹੋਈ ਹੈ, H2 ਹੈ, ਅਤੇ ਜਦ ਕਿ ਆਕਸੀਜਨ ਉੱਧਰ 1 ਹੈ। ਇਸ ਕਰਕੇ ਆਕਸੀਜਨ ਵੱਲ ਦੀ ਜਿਹੜੀ ਸਾਈਡ ਆ ਉਹ ਥੋੜ੍ਹਾ ਥਾਂ ਖਾਲੀ ਹੈ। ਇਸ ਲਈ ਇਸ ਦਾ ਉੱਤਰ ਜੋ ਹੈ ਉਹ ਇਹ ਕਿਰਿਆ ਪਾਣੀ ਦੇ ਬਿਜਲਈ ਅਪਘਟਨ ਦੀ ਹੈ, ਅਤੇ ਪਾਣੀ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ 2:1 ਹੈ। 2 ਹਿੱਸੇ ਹਾਈਡਰੋਜਨ ਹੈ ਅਤੇ 1 ਹਿੱਸਾ ਪਾਣੀ ਹੈ। ਇਸ ਲਈ ਹਾਈਡਰੋਜਨ ਗੈਸ ਹਵਾ ਨਾਲੋਂ ਦੁੱਗਣੀ ਪੈਦਾ ਹੁੰਦੀ ਹੈ। ਅੱਗੇ ਪ੍ਰਸ਼ਨ ਨੰਬਰ 6, ਜਦੋਂ ਲੋਹੇ ਆਇਰਨ ਦੀ ਮੇਖ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਘੋਲ ਦਾ ਰੰਗ ਕਿਉਂ ਬਦਲ ਜਾਂਦਾ ਹੈ। ਜਿਵੇਂ ਕਿ ਇਹ ਜੋ ਰਿਐਕਸ਼ਨ ਹੈ ਸਾਨੂੰ ਪਤਾ ਹੈ ਵਿਸਥਾਪਨ ਪ੍ਰਤੀਕਿਰਿਆ ਹੈ। ਲੋਹਾ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਕਾਪਰ ਸਲਫੇਟ ਦੇ ਘੋਲ ਦੇ ਨੀਲੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰਕੇ ਹਲਕੇ ਹਰੇ ਰੰਗ ਦਾ ਘੋਲ ਆਇਰਨ ਸਲਫੇਟ ਬਣਨ ਕਰਕੇ ਜੋ ਹੈ ਇਸ ਦਾ ਰੰਗ ਬਦਲਦਾ ਹੈ, ਉਹ ਹਰਾ ਰੰਗ ਹੋ ਜਾਂਦਾ ਹੈ। ਨੀਚੇ ਰਿਐਕਸ਼ਨ ਦਿੱਤੀ ਹੋਈ ਹੈ, ਫੈਰਸ ਐਫੀ ਆਇਰਨ ਸੋਲਿਡ ਕਾਪਰ ਸਲਫੇਟ ਐਕੁਅਸ ਫਾਰਮ ਵਿੱਚ ਕਿਰਿਆ ਹੁੰਦੀ ਹੈ, ਫੈਰਸ ਸਲਫੇਟ ਬਣਦਾ ਹੈ ਅਤੇ ਨਾਲ ਕਾਪਰ ਸੋਲਿਡ ਫਾਰਮ ਵਿੱਚ ਬਣਦਾ ਹੈ। ਇਸ ਕਰਕੇ ਫੈਰਸ ਸਲਫੇਟ ਦੇ ਬਣਨ ਕਰਕੇ ਇਸ ਦਾ ਰੰਗ ਹਰਾ ਹੋ ਜਾਂਦਾ ਹੈ, ਅਤੇ ਜੋ ਪਹਿਲੇ ਨੀਲਾ ਸੀ, ਕਾਪਰ ਸਲਫੇਟ ਦਾ ਰੰਗ ਨੀਲਾ ਸੀ, ਕਿਉਂਕਿ ਵਿਸਥਾਪਨ ਕਿਰਿਆ ਦੇ ਹੋਣ ਕਰਕੇ ਅਤੇ ਫੈਰਸ ਸਲਫੇਟ ਦੇ ਬਣਨ ਕਰਕੇ ਇਸ ਦਾ ਰੰਗ ਜੋ ਹੈ ਹਰਾ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 7, ਹੇਠਾਂ ਦਿੱਤੀ ਉਦਾਹਰਨ ਤੋਂ ਬਿਨਾਂ ਦੋਹਰੇ ਵਿਸਥਾਪਨ ਕਿਰਿਆ ਦੀ ਇੱਕ ਹੋਰ ਉਦਾਹਰਨ ਦਿਓ। ਕਿਉਂਕਿ ਸਾਡੇ ਜੋ ਬੁੱਕ ਦੇ ਵਿੱਚ ਕਿਰਿਆ 1.10 ਹੈ, ਉਸ ਵਿੱਚ ਜੋ ਉਦਾਹਰਨ ਦਿੱਤੀ ਹੋਈ ਹੈ ਉਹ ਹੋਰ ਹੈ, ਅਤੇ ਇਹਦੇ ਵਿੱਚ ਜਿਹੜੀ ਆਪਾਂ ਉਸ ਤੋਂ ਇਲਾਵਾ ਕਹਿੰਦੇ ਦੂਜੀਆਂ ਹੋਰ ਉਦਾਹਰਨਾਂ ਉਹ ਦੇਣੀਆਂ ਹਨ, ਉਹ ਵੀ ਸਾਡੀ ਬੁੱਕ ਵਿੱਚ ਹੀ ਦਿੱਤੀਆਂ ਹੋਈਆਂ ਹਨ। ਇਹ ਜਿਹੜੀ ਉਦਾਹਰਨ ਲਈ ਆਪਾਂ ਇਹਦੇ ਵਿੱਚ ਤੁਸੀਂ ਹੋਰ ਵੀ ਲੈ ਸਕਦੇ ਆ, ਹੋਰ ਵੀ 1-2 ਉਦਾਹਰਨਾਂ ਦਿੱਤੀਆਂ ਹੋਈਆਂ ਹਨ, ਪਰ ਇਹਦੇ ਵਿੱਚ ਆਪਾਂ ਜੋ ਡਿਸਕਸ ਕਰਾਂਗੇ ਤੇ ਤੁਹਾਡੇ ਨਾਲ ਉਹ ਹੈ AgNO3 ਭਾਵ ਸਿਲਵਰ ਨਾਈਟ੍ਰੇਟ ਪਲੱਸ ਸੋਡੀਅਮ ਕਲੋਰਾਈਡ, ਅਤੇ ਕੀ ਬਣਦਾ ਹੈ, ਸੋਡੀਅਮ ਨਾਈਟ੍ਰੇਟ ਬਣਦਾ ਹੈ ਅਤੇ ਸਿਲਵਰ ਕਲੋਰਾਈਡ, ਕਿਉਂਕਿ ਇਹਦੇ ਵਿੱਚ ਸਿਲਵਰ ਦਾ ਵਿਸਥਾਪਨ ਵੀ ਹੋਇਆ ਹੈ ਅਤੇ ਨਾਈਟ੍ਰੇਟ ਦਾ ਵਿਸਥਾਪਨ ਵੀ ਹੋਇਆ ਹੈ। ਇਸ ਕਰਕੇ ਇਸ ਨੂੰ 2 ਚੀਜ਼ਾਂ ਦਾ ਵਿਸਥਾਪਨ ਹੋਣ ਕਰਕੇ ਇਸ ਨੂੰ ਦੋਹਰੀ ਵਿਸਥਾਪਨ ਕਿਰਿਆ ਕਹਿੰਦੇ ਹਨ। ਇਸ ਕਰਕੇ ਇਹਦਾ ਆਪਾਂ ਇਹਦੇ ਵਿੱਚ ਜੋ ਉਦਾਹਰਨ ਦਿੱਤੀ ਹੋਈ ਹੈ ਇਹ ਤੁਸੀਂ ਲੈ ਲੈਣੀ ਹੈ ਅਤੇ ਧਿਆਨ ਨਾਲ ਇਸ ਨੂੰ ਯਾਦ ਵੀ ਕਰ ਲੈਣਾ ਹੈ। ਪ੍ਰਸ਼ਨ ਨੰਬਰ 8, ਹੇਠ ਲਿਖੀਆਂ ਰਸਾਇਣਿਕ ਕਿਰਿਆਵਾਂ ਵਿੱਚੋਂ ਆਕਸਾਈਡ ਅਤੇ ਲਘੂਕ੍ਰਿਤ ਹੋਈਆਂ ਵਸਤੂਆਂ ਦੀ ਪਹਿਚਾਣ ਕਰੋ। ਨੰਬਰ 1, ਸੋਡੀਅਮ ਪਲੱਸ ਆਕਸੀਜਨ ਗੈਸ ਸੋਡੀਅਮ ਆਕਸਾਈਡ ਬਣਦਾ ਹੈ। ਇਸ ਵਿੱਚ ਆਕਸੀਕ੍ਰਿਤ ਜੋ ਆਕਸੀਡੇਸ਼ਨ ਹੁੰਦਾ ਹੈ ਸੋਡੀਅਮ ਦਾ ਹੁੰਦਾ ਹੈ, ਅਤੇ ਜੋ ਲਘੂਕ੍ਰਿਤ ਭਾਵ ਰਿਡਕਸ਼ਨ ਹੁੰਦਾ ਹੈ ਉਹ ਆਕਸੀਜਨ ਦਾ ਹੁੰਦਾ ਹੈ। ਕਿਉਂਕਿ ਜਦੋਂ ਕਿਸੇ ਚੀਜ਼ ਵਿੱਚੋਂ ਆਕਸੀਜਨ ਨਿਕਲਦੀ ਹੈ ਤਾਂ ਲਘੂਕ੍ਰਿਤ ਹੋਇਆ, ਠੀਕ ਹੈ, ਅਤੇ ਆਕਸੀਜਨ ਲੱਗਦੀ ਹੈ ਤਾਂ ਉਹ ਆਕਸੀਕ੍ਰਿਤ ਹੁੰਦਾ ਹੈ। ਸੋਡੀਅਮ ਨਾਲ ਆਕਸੀਜਨ ਲੱਗੀ ਹੈ, ਇਸ ਕਰਕੇ ਉਸ ਦਾ ਆਕਸੀਕ੍ਰਿਤ ਹੋਇਆ ਹੈ। ਅੱਗੇ ਹੈ ਕਾਪਰ ਆਕਸਾਈਡ CuO ਪਲੱਸ H2 ਗੈਸ। ਇਹਦੇ ਵਿੱਚ ਕੀ ਆ, ਇਸ ਵਿੱਚ ਆਕਸੀਕ੍ਰਿਤ ਹਾਈਡਰੋਜਨ ਹੈ ਅਤੇ ਲਘੂਕ੍ਰਿਤ ਕਾਪਰ ਹੈ। ਕਿਉਂਕਿ ਕਾਪਰ ਤੋਂ ਆਕਸੀਜਨ ਨਿਕਲੀ ਹੈ ਇਸ ਕਰਕੇ ਉਹ ਲਘੂਕ੍ਰਿਤ ਹੋ ਗਿਆ ਹੈ, ਅਤੇ ਹਾਈਡਰੋਜਨ ਨਾਲ ਆਕਸੀਜਨ ਜੁੜੀ ਹੈ ਇਸ ਕਰਕੇ ਉਸ ਦਾ ਆਕਸੀਕ੍ਰਿਤ ਹੋਇਆ ਹੈ। ਹੁਣ ਆਪਾਂ ਅਭਿਆਸ ਦੇ ਪ੍ਰਸ਼ਨ ਉੱਤਰ ਕਰਾਂਗੇ।
ਪ੍ਰਸ਼ਨ ਨੰਬਰ 1, ਹੇਠ ਲਿਖੀ ਗਈ ਰਸਾਇਣਕ ਕਿਰਿਆ ਦੇ ਸੰਬੰਧ ਵਿੱਚ ਕਿਹੜੇ ਕਥਨ ਗਲਤ ਹਨ? ਕਿਹੜੇ ਕਥਨ ਗਲਤ ਹਨ? ਲੈਡ ਦਾ ਲਘੂਕਰਨ ਹੋ ਰਿਹਾ ਹੈ, ਕਾਰਬਨ ਡਾਈਆਕਸਾਈਡ ਦਾ ਆਕਸੀਕਰਨ ਹੋ ਰਿਹਾ ਹੈ, ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ, ਲੈਡ ਆਕਸਾਈਡ ਦਾ ਲਘੂਕਰਨ ਹੋ ਰਿਹਾ ਹੈ। ਹਾਂਜੀ, ਇਸ ਦਾ ਆਨਸਰ ਨੀਚੇ ਦਿੱਤੇ ਹੋਏ ਹਨ ਅਤੇ ਉਹ ਟਿਕ ਲਗਾਇਆ ਹੋਇਆ ਹੈ, ਤੁਸੀਂ ਉਸ ਨੂੰ ਧਿਆਨ ਨਾਲ ਦੇਖ ਲੈਣਾ। ਨੰਬਰ 1 ਵਾਲਾ A ਅਤੇ B ਗਲਤ ਹੈ। ਪ੍ਰਸ਼ਨ ਨੰਬਰ 2, Fe2O3 plus 2Al we will get Al2O3 plus 2F। ਉਪਰੋਕਤ ਰਸਾਇਣਕ ਕਿਰਿਆ ਇੱਕ ਉਦਾਹਰਨ ਹੈ। ਇਹ ਉਦਾਹਰਨ ਹੈ ਵਿਸਥਾਪਨ ਕਿਰਿਆ ਦੀ। ਇਸ ਦਾ ਆਨਸਰ ਹੈ D, ਵਿਸਥਾਪਨ ਕਿਰਿਆ। ਕਿਉਂਕਿ ਸਾਨੂੰ ਪਤਾ ਹੈ ਕਿ ਵਿਸਥਾਪਨ ਕਿਰਿਆ ਕੀ ਹੁੰਦੀ ਹੈ, ਜਦੋਂ ਵੱਧ ਕਿਰਿਆਸ਼ੀਲ ਯੋਗਿਕ ਜਿਵੇਂ ਕਿ ਐਲੂਮੀਨੀਅਮ ਨੇ ਘੱਟ ਕਿਰਿਆਸ਼ੀਲ ਯੋਗਿਕ ਜਿਵੇਂ ਕਿ ਲੋਹੇ ਨੂੰ ਉਸ ਦੇ ਯੋਗਕਾਂ ਵਿੱਚੋਂ ਬਾਹਰ ਕੱਢ ਦਿੱਤਾ, ਆਪਾਂ ਵਿਸਥਾਪਿਤ ਕਰ ਦਿੱਤਾ, ਇਸ ਕਰਕੇ ਇਸ ਨੂੰ ਵਿਸਥਾਪਨ ਕਿਰਿਆ ਕਹਿੰਦੇ ਹਨ। ਪ੍ਰਸ਼ਨ ਨੰਬਰ 3, ਕੀ ਹੁੰਦਾ ਹੈ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹ ਚੂਰਨ ਉੱਤੇ ਪਾਇਆ ਜਾਂਦਾ ਹੈ? ਹੁਣ ਅੱਗੇ ਸਾਨੂੰ 4 ਆਪਸ਼ਨਸ ਦਿੱਤੀਆਂ ਹੋਈਆਂ ਹਨ ਅਤੇ ਉਹਨਾਂ 4 ਆਪਸ਼ਨਸ ਦੇ ਵਿੱਚੋਂ ਆਪਾਂ ਇੱਕ ਸਹੀ ਆਪਸ਼ਨ ਚੁਣਨਾ ਹੈ ਜਿਸ ਉੱਤੇ ਕਿ ਪਹਿਲੇ ਟਿਕ ਲਗਾਇਆ ਗਿਆ ਹੈ। ਇਸ ਨੂੰ ਧਿਆਨ ਨਾਲ ਦੇਖੋ। ਇਸ ਦਾ ਆਨਸਰ ਹੈ A, ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਹਨ। ਪ੍ਰਸ਼ਨ ਨੰਬਰ 4, ਸੰਤੁਲਿਤ ਰਸਾਇਣਕ ਸਮੀਕਰਨ ਕੀ ਹੁੰਦੀ ਹੈ? ਰਸਾਇਣਕ ਸਮੀਕਰਨ ਨੂੰ ਸੰਤੁਲਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ? ਇਸ ਦਾ ਉੱਤਰ ਹੈ ਜਿਸ ਰਸਾਇਣਕ ਸਮੀਕਰਨ ਵਿੱਚ ਅਵਿਕਾਰਕ ਭਾਵ ਕਿ ਰਿਐਕਟੈਂਟ ਅਤੇ ਉਤਪਾਦ ਭਾਵ ਕਿ ਪ੍ਰੋਡਕਟ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੋਵੇ ਉਸ ਨੂੰ ਸੰਤੁਲਿਤ ਰਸਾਇਣਕ ਸਮੀਕਰਨ ਕਹਿੰਦੇ ਹਨ। ਪੁੰਜ ਸੰਰਖਣ ਦੇ ਨਿਯਮ ਅਨੁਸਾਰ ਕਿਸੇ ਵੀ ਰਸਾਇਣਕ ਕਿਰਿਆ ਵਿੱਚ ਪੁੰਜ ਨਾ ਤਾਂ ਬਣਦਾ ਹੈ ਅਤੇ ਨਾ ਹੀ ਨਸ਼ਟ ਹੁੰਦਾ ਹੈ। ਇਸ ਲਈ ਸਮੀਕਰਨ ਨੂੰ ਸੰਤੁਲਿਤ ਕਰਨਾ ਬਹੁਤ ਜ਼ਰੂਰੀ ਹੈ। ਇਸ ਵਿੱਚ ਆਪਾਂ ਇੱਕ ਅੱਖਰ ਪੜ੍ਹਿਆ ਹੈ ਸ਼ੁਰੂ 'ਚ, ਅਵਿਕਾਰਕ, ਅਤੇ ਦੂਜਾ ਉਤਪਾਦ। ਅਵਿਕਾਰਕ ਭਾਵ ਕਿ ਰਿਐਕਟੈਂਟ ਕੀ ਹੁੰਦੇ ਹਨ? ਜੋ ਰਸਾਇਣਕ ਸਮੀਕਰਨ ਜਦੋਂ ਆਪਾਂ ਲਿਖਦੇ ਹਾਂ, ਤੀਰ ਦੇ ਨਿਸ਼ਾਨ ਤੋਂ ਪਹਿਲਾਂ ਵਾਲੇ ਜਿਹੜੇ ਵੀ ਪਰਮਾਣੂ ਹਨ ਜਿਨ੍ਹਾਂ ਵਿਚਕਾਰ ਪਲੱਸ ਦਾ ਨਿਸ਼ਾਨ ਭਾਵ ਕਿ ਕਿਰਿਆ ਦੇ ਵਿੱਚ ਭਾਗ ਲੈਂਦੇ ਹਨ, ਤੀਰ ਦੇ ਨਿਸ਼ਾਨ ਤੋਂ ਪਹਿਲੇ ਉਹਨਾਂ ਨੂੰ ਆਪਾਂ ਅਵਿਕਾਰਕ ਜਾਂ ਰਿਐਕਟੈਂਟ ਬੋਲਦੇ ਹਾਂ, ਅਤੇ ਜੋ ਤੀਰ ਦੇ ਨਿਸ਼ਾਨ ਤੋਂ ਬਾਅਦ ਉਤਪਾਦ ਭਾਵ ਪ੍ਰੋਡਕਟ ਬਣਦੇ ਹਨ ਉਹਨਾਂ ਨੂੰ ਆਪਾਂ ਉਤਪਾਦ ਜਾਂ ਪ੍ਰੋਡਕਟ ਕਹਿੰਦੇ ਹਾਂ। ਪ੍ਰਸ਼ਨ ਨੰਬਰ 5, ਹੇਠ ਲਿਖੇ ਕਥਨਾਂ ਨੂੰ ਰਸਾਇਣਕ ਸਮੀਕਰਨ ਦੇ ਰੂਪ ਵਿੱਚ ਬਦਲੋ ਅਤੇ ਫਿਰ ਸੰਤੁਲਿਤ ਕਰੋ। ਊੜਾ, ਹਾਈਡਰੋਜਨ ਗੈਸ ਨਾਈਟ੍ਰੋਜਨ ਗੈਸ ਨਾਲ ਜੁੜ ਕੇ ਅਮੋਨੀਆ ਬਣਾਉਂਦੀ ਹੈ। ਹਾਈਡਰੋਜਨ ਦਾ ਸੰਕੇਤ ਹੈ H2 ਔਰ ਨਾਈਟ੍ਰੋਜਨ ਗੈਸ ਦਾ ਸੰਕੇਤ ਹੈ N2। ਇਸ ਤਰ੍ਹਾਂ ਅਮੋਨੀਅਮ ਜੋ ਬਣਦਾ ਹੈ ਉਸ ਦਾ ਸੰਕੇਤ ਹੈ NH3 ਅਤੇ ਇਸ ਨੂੰ ਫਿਰ ਆਪਾਂ ਸੰਤੁਲਿਤ ਕਰ ਲੈਣਾ ਹੈ। ਜਿਵੇਂ ਕਿ ਹਾਈਡਰੋਜਨ ਦੇ ਮੂਹਰੇ 3 ਲਗਾਇਆ ਹੈ ਅਤੇ ਅਮੋਨੀਆ ਦੇ ਮੂਹਰੇ 2 ਲਗਾਇਆ ਹੈ, ਇਸ ਨੂੰ ਸੰਤੁਲਨ ਕਰਨ ਲਈ ਕੀਤਾ ਗਿਆ ਹੈ। ਐੜਾ, ਹਾਈਡਰੋਜਨ ਸਲਫਾਈਡ ਭਾਵ H2S ਜਦੋਂ ਹਵਾ ਵਿੱਚ ਬਲ ਕੇ ਪਾਣੀ ਅਤੇ ਹਵਾ ਵਿੱਚ ਬਲਦੀ ਹੈ ਭਾਵ ਕਿ ਆਕਸੀਜਨ ਗੈਸ ਲੈਂਦੀ ਹੈ ਅਤੇ ਫਿਰ ਕੀ ਬਣਦਾ ਹੈ? ਪਾਣੀ H2O ਬਣਦਾ ਹੈ ਅਤੇ SO2 ਬਣਦਾ ਹੈ। ਅਤੇ ਇਸ ਤਰ੍ਹਾਂ ਆਪਾਂ ਜੋ ਰਸਾਇਣਕ ਸਮੀਕਰਨ ਦਿੱਤੀ ਹੈ ਉਸ ਨੂੰ ਧਿਆਨ ਨਾਲ ਦੇਖ ਲੈਣਾ ਨੀਚੇ। ਈਡੀ, ਬੇਰੀਅਮ ਕਲੋਰਾਈਡ ਅਤੇ ਐਲੂਮੀਨੀਅਮ ਸਲਫੇਟ ਦੇ ਘੋਲ ਪ੍ਰਤੀਕਿਰਿਆ ਕਰਕੇ ਐਲੂਮੀਨੀਅਮ ਕਲੋਰਾਈਡ ਅਤੇ ਬੇਰੀਅਮ ਸਲਫੇਟ ਦਾ ਵਿਖੇਪ ਬਣਾਉਂਦੇ ਹਨ। ਇਸ ਦਾ ਉੱਤਰ ਹੈ ਬੇਰੀਅਮ ਕਲੋਰਾਈਡ ਦਾ BaCl2 ਪਲੱਸ ਐਲੂਮੀਨੀਅਮ ਸਲਫੇਟ ਜੋ ਹੈ ਉਹਦਾ Al2SO4 ਹੈ। ਅਤੇ ਇਸ ਤਰ੍ਹਾਂ ਤੀਰ ਦੇ ਨਿਸ਼ਾਨ ਤੋਂ ਬਾਅਦ ਜੋ ਬਣਦਾ ਹੈ Al2 ਭਾਵ ਐਲੂਮੀਨੀਅਮ ਕਲੋਰਾਈਡ, Al2Cl3 ਅਤੇ ਬੇਰੀਅਮ ਸਲਫੇਟ ਇਸ ਸਮੀਕਰਨ ਦੇ ਵਿੱਚ ਧਿਆਨ ਨਾਲ ਦਿੱਤਾ ਹੈ। ਇਸ ਨੂੰ ਸੰਤੁਲਿਤ ਵੀ ਕੀਤਾ ਹੈ, ਨੋਟ ਕਰ ਲੈਣਾ। ਸੱਸਾ, ਪੋਟਾਸ਼ੀਅਮ ਧਾਤ ਪਾਣੀ ਨਾਲ ਕਿਰਿਆ ਕਰਕੇ ਪੋਟਾਸ਼ੀਅਮ ਹਾਈਡਰੋਕਸਾਈਡ ਅਤੇ ਹਾਈਡਰੋਜਨ ਗੈਸ ਪੈਦਾ ਕਰਦੀ ਹੈ। ਪੋਟਾਸ਼ੀਅਮ ਦਾ ਸੰਕੇਤ ਸੋਲਿਡ ਰੂਪ ਵਿੱਚ ਭਾਵ ਪੋਟਾਸ਼ੀਅਮ ਦੇ ਬ੍ਰੈਕਟ 'ਚ S ਲਿਖਿਆ ਹੋਇਆ K ਦੇ। ਪਾਣੀ ਦਾ ਸੰਕੇਤ ਹੁੰਦਾ ਹੈ, ਸੂਤਰ ਹੁੰਦਾ ਹੈ H2O ਅਤੇ ਕੀ ਬਣਦਾ ਹੈ? ਪੋਟਾਸ਼ੀਅਮ ਹਾਈਡਰੋਕਸਾਈਡ, K ਪੋਟਾਸ਼ੀਅਮ ਹੋ ਗਿਆ ਅਤੇ OH ਹਾਈਡਰੋਕਸਾਈਡ ਪਲੱਸ H2 ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਪ੍ਰਸ਼ਨ 6,
ਹੇਠ ਲਿਖੀਆਂ ਰਸਾਇਣਿਕ ਸਮੀਕਰਨਾਂ ਨੂੰ ਸੰਤੁਲਿਤ ਕਰੋ। ਜਿਵੇਂ ਕਿ ਪਹਿਲੇ HNO3 ਆ, ਇਸ ਦੇ ਮੂਹਰੇ 2 ਲਗਾਇਆ ਗਿਆ ਹੈ ਕਿਉਂਕਿ ਆਪਾਂ ਉਤਪਾਦ ਅਤੇ ਪ੍ਰਤੀਕਾਰਕ ਭਾਵ ਕਿ ਅਭਿਕਾਰਕ ਜੋ ਤੀਰ ਦੇ ਨਿਸ਼ਾਨ ਤੋਂ ਪਹਿਲੇ ਹਨ, ਜਿੱਦਾਂ HNO3 ਅਤੇ CaOH2 ਇਹ ਅਭਿਕਾਰਕ ਨੇ। ਅਤੇ ਕਿਉਂਕਿ ਰਸਾਇਣਿਕ ਸਮੀਕਰਨ ਨੂੰ ਆਪਾਂ ਲਿਖਣ ਦੇ ਜੋ ਰੂਲਸ ਹਨ, ਸਾਨੂੰ ਪਤਾ ਹੈ ਕਿ ਸੰਤੁਲਿਤ ਕਰਨ ਦੇ ਜਾਂ ਰੂਲਸ ਲਿਖਣ ਪਹਿਲੇ ਦੇਖਣਾ ਹੈ, ਕਿਉਂਕਿ ਜਿਹੜੇ 2 ਪਹਿਲੇ ਵੀ ਯੋਗਕ ਹੈ ਉਹਨਾਂ ਦੇ ਵਿਚਕਾਰ ਪਲੱਸ ਦਾ ਨਿਸ਼ਾਨ ਹੈ। ਤੀਰ ਦੇ ਨਿਸ਼ਾਨ ਤੋਂ ਜੋ ਵੀ ਪਹਿਲੇ ਯੋਗਕ ਲਏ ਗਏ ਹਨ ਉਹਨਾਂ ਨੂੰ ਅਭਿਕਾਰਕ ਬੋਲਦੇ ਹਾਂ, ਅਤੇ ਜੋ ਤੀਰ ਦੇ ਨਿਸ਼ਾਨ ਤੋਂ ਬਾਅਦ ਹਨ ਉਹਨਾਂ ਨੂੰ ਉਤਪਾਦ ਬੋਲਦੇ ਹਾਂ, ਭਾਵ ਪ੍ਰੋਡਕਟ। ਉਹ ਕਿਹੜੇ ਹਨ? ਜਿਵੇਂ ਕਿ CaNO3 + H2O ਜਿਹੜੇ ਇਹ ਨੇ, ਇਹ ਸਾਡੇ ਨੇ ਪ੍ਰੋਡਕਟ ਭਾਵ ਉਤਪਾਦ। ਕਿਉਂਕਿ ਅਸੀਂ ਹੁਣ ਇਹਦੇ ਵਿੱਚ ਇਸ ਰਸਾਇਣਿਕ ਸਮੀਕਰਨ ਦੇ ਵਿੱਚ ਸੰਤੁਲਨ ਦੇ ਵਿੱਚ ਇਹ ਦੇਖਣਾ ਆ ਕਿ ਜਿਹੜੇ ਅਭਿਕਾਰਕ ਭਾਵ ਕਿ ਤੀਰ ਦੇ ਨਿਸ਼ਾਨ ਤੋਂ ਪਹਿਲੇ ਇਕੱਲੇ ਪਰਮਾਣੂ ਦੇ ਜਿਹੜੇ ਆ ਜਿੰਨੀ ਸੰਖਿਆ ਹੈ ਉਤਪਾਦ ਵਿੱਚ ਵੀ ਉਨੀ ਹੀ ਸੰਖਿਆ ਹੋਣੀ ਚਾਹੀਦੀ ਆ, ਤਾਂ ਉਹਨਾਂ ਨੂੰ ਬਰਾਬਰ ਕਰਨ ਲਈ ਨੂੰ ਹੀ ਸੰਤੁਲਿਤ ਕਹਿੰਦੇ ਨੇ। ਸਾਰੀਆਂ ਦੀਆਂ ਤੁਸੀਂ ਨਾਲ ਨੀਚੇ ਸੋਲਵ ਕੀਤੀਆਂ ਹੋਈਆਂ ਹਨ। ਇਸ ਨੂੰ ਧਿਆਨ ਨਾਲ ਲਿਖ ਵੀ ਲੈਣਾ ਕਾਪੀ 'ਚ ਅਤੇ ਫਿਰ ਯਾਦ ਕਰ ਲੈਣਾ ਅਤੇ ਸਮਝ ਕੇ ਇਸ ਨੂੰ ਤੁਸੀਂ ਸੋਲਵ ਕਰਨਾ ਹੈ। ਪ੍ਰਸ਼ਨ ਨੰਬਰ 7, ਹੇਠ ਲਿਖੀਆਂ ਕਿਰਿਆਵਾਂ ਅਤੇ ਸੰਤੁਲਿਤ ਰਸਾਇਣਿਕ ਸਮੀਕਰਨਾਂ ਲਿਖੋ। ਹਾਂਜੀ, ਜੋ ਇਹਦੇ ਵਿੱਚ A ਭਾਗ, B ਭਾਗ ਅਤੇ C ਅਤੇ D ਇਹ ਸਾਰੀਆਂ ਰਸਾਇਣਿਕ ਸਮੀਕਰਨਾਂ ਜਿਹੜੀਆਂ ਆ ਉਹ ਲਿਖਣ ਤੋਂ ਬਾਅਦ ਇਹਨਾਂ ਨੂੰ ਸੰਤੁਲਿਤ ਕੀਤਾ ਗਿਆ ਹੈ। ਤੁਸੀਂ ਇਸ ਨੂੰ ਧਿਆਨ ਨਾਲ ਦੇਖ ਲੈਣਾ। ਰਸਾਇਣਿਕ ਸਮੀਕਰਨਾਂ ਲਿਖੀਆਂ ਨੇ, ਸੰਤੁਲਿਤ ਨਹੀਂ ਕੀਤਾ ਇਹਨੂੰ। ਰਸਾਇਣਿਕ ਸਮੀਕਰਨਾਂ ਲਿਖਣ ਲਈ ਕਿਹਾ ਹੈ ਅਤੇ ਉਹ ਰਸਾਇਣਿਕ ਸਮੀਕਰਨਾਂ ਸਾਰੀਆਂ ਇਕੱਲੇ ਭਾਗ ਦੀਆਂ ਲਿਖੀਆਂ ਹੋਈਆਂ ਨੇ। ਇਸ ਨੂੰ ਧਿਆਨ ਨਾਲ ਕਾਪੀ ਵਿੱਚ ਲਿਖ ਲੈਣਾ ਅਤੇ ਸਮਝ ਲੈਣਾ ਅਤੇ ਯਾਦ ਕਰ ਲੈਣਾ। ਪ੍ਰਸ਼ਨ ਨੰਬਰ 8, ਹੇਠ ਲਿਖੀਆਂ ਕਿਰਿਆਵਾਂ ਲਈ ਸੰਤੁਲਿਤ ਰਸਾਇਣਿਕ ਸਮੀਕਰਨਾਂ ਲਿਖੋ ਅਤੇ ਹਰ ਇੱਕ ਰਸਾਇਣਿਕ ਕਿਰਿਆ ਦੀ ਕਿਸਮ ਵੀ ਦੱਸਣੀ ਆਪਾਂ। ਇਹਦੇ ਵਿੱਚ ਦੇਖੋ A ਤੇ potassium bromide plus barium iodide, we will get potassium iodide plus barium bromide। ਇਹ ਜੋ ਕਿਸਮ ਹੈ ਇਸ ਦੀ ਰਸਾਇਣਿਕ ਕਿਰਿਆ ਦੀ, ਇਸ ਦਾ ਉੱਤਰ ਹੈ ਦੋਹਰਾ ਵਿਸਥਾਪਨ। ਕਿਉਂਕਿ ਪੋਟਾਸ਼ੀਅਮ ਬ੍ਰੋਮਾਈਡ ਪਲੱਸ ਜਦੋਂ ਵੇਰੀਅਮ ਆਇਓਡਾਈਡ ਕਿਰਿਆ ਕਰਦੇ ਆ ਤਾਂ ਉੱਧਰੋਂ ਪੋਟਾਸ਼ੀਅਮ ਆਇਓਡਾਈਡ ਬਣ ਗਿਆ ਅਤੇ ਵੇਰੀਅਮ ਬ੍ਰੋਮਾਈਡ ਬਣ ਗਿਆ, ਭਾਵ 2 ਚੀਜ਼ਾਂ ਵਿਸਥਾਪਨ ਆਪਸ ਵਿੱਚ ਹੋਇਆ ਹੈ, ਇਸ ਕਰਕੇ ਇਸ ਨੂੰ ਦੋਹਰਾ ਵਿਸਥਾਪਨ ਬੋਲਦੇ ਹਾਂ। B, ਜ਼ਿੰਕ ਕਾਰਬੋਨੇਟ ਨੂੰ ਜਦੋਂ ਆਪਾਂ ਕਿਰਿਆ ਦੇਖੋ, ਜ਼ਿੰਕ ਕਾਰਬੋਨੇਟ ਤੋਂ ਕੀ ਬਣਿਆ? ਜ਼ਿੰਕ ਆਕਸਾਈਡ, ਉਹਦਾ ਅਪਘਟਨ ਹੋਇਆ, ਅਪਘਟਨ ਕਿਰਿਆ ਹੈ ਕਿਉਂਕਿ ਜ਼ਿੰਕ ਕਾਰਬੋਨੇਟ ਟੁੱਟਦਾ ਹੈ ਜ਼ਿੰਕ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ, ਇਸ ਕਰਕੇ ਇਹ ਅਪਘਟਨ ਕਿਰਿਆ ਹੈ। ਜਦੋਂ ਵੱਡਾ ਕੋਈ ਵੀ ਯੋਗਕ ਛੋਟੇ ਯੋਗਕਾਂ ਵਿੱਚ ਟੁੱਟਦਾ ਹੈ ਤਾਂ ਉਸ ਨੂੰ ਅਪਘਟਨ ਕਿਰਿਆ ਕਹਿੰਦੇ ਹਾਂ। C, ਹਾਈਡਰੋਜਨ ਪਲੱਸ ਕਲੋਰੀਨ ਕੀ ਬਣ ਗਿਆ? ਹਾਈਡਰੋਜਨ ਕਲੋਰਾਈਡ ਗੈਸ। ਅਤੇ ਇਹਦਾ ਮਤਲਬ ਕਿ ਇਹਨੂੰ ਆਪਾਂ ਨੀਚੇ ਸੰਕੇਤਾਂ ਵਿੱਚ ਸਮੀਕਰਨ ਦੇ ਰੂਪ ਵਿੱਚ ਵੀ ਲਿਖਿਆ ਹੋਇਆ ਹੈ। ਇਹ ਸੰਯੋਜਨ ਕਿਰਿਆ ਹੈ ਕਿਉਂਕਿ 2 ਛੋਟੇ ਯੋਗਕ ਭਾਵ ਹਾਈਡਰੋਜਨ ਅਤੇ ਕਲੋਰੀਨ ਆਪਸ ਵਿੱਚ ਸੰਯੋਜਨ ਹੋਇਆ, ਦੋਨੋਂ ਜੁੜੇ ਆ ਅਤੇ ਹਾਈਡਰੋਜਨ ਕਲੋਰਾਈਡ ਬਣਿਆ ਹੈ। D, ਮੈਗਨੀਸ਼ੀਅਮ ਪਲੱਸ ਹਾਈਡਰੋਕਲੋਰਿਕ ਐਸਿਡ, ਮੈਗਨੀਸ਼ੀਅਮ ਕਲੋਰਾਈਡ ਬਣਿਆ ਅਤੇ ਹਾਈਡਰੋਜਨ ਬਣਿਆ। ਇਹ ਸਾਡੀ ਹੈ ਵਿਸਥਾਪਨ ਕਿਰਿਆ। ਕਿਹੜੀ ਕਿਰਿਆ ਹੈ? ਵਿਸਥਾਪਨ ਕਿਰਿਆ। ਇਸ ਕਰਕੇ ਕਿਉਂਕਿ ਮੈਗਨੀਸ਼ੀਅਮ ਨੇ ਜਿਹੜਾ ਹੈ ਆਪਣੇ ਹਾਈਡਰੋਜਨ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਮੈਗਨੀਸ਼ੀਅਮ ਕਲੋਰਾਈਡ ਬਣ ਗਿਆ, ਇਸ ਕਰਕੇ ਇਹ ਵਿਸਥਾਪਨ ਕਿਰਿਆ ਹੈ। ਪ੍ਰਸ਼ਨ ਨੰਬਰ 9, ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ? ਉਦਾਹਰਨ ਦਿਓ। ਤਾਪ ਨਿਕਾਸੀ ਕਿਰਿਆ, ਜਿਹੜੀਆਂ ਰਸਾਇਣਿਕ ਕਿਰਿਆਵਾਂ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ ਉਹਨਾਂ ਨੂੰ ਤਾਪ ਨਿਕਾਸੀ ਕਿਰਿਆਵਾਂ ਕਹਿੰਦੇ ਹਨ। ਉਦਾਹਰਨ ਵਜੋਂ ਕੋਲੇ ਦੀ ਉਪਜ ਦਾ ਜਲਣਾ, ਜਦੋਂ ਕੋਲਾ ਜਲਦਾ ਹੈ ਤਾਂ ਉਸ ਵਿੱਚੋਂ ਤਾਪ ਨਿਕਲਦਾ ਹੈ, ਉਹ ਤਾਪ ਨਿਕਾਸੀ ਕਿਰਿਆ ਹੈ। ਅਤੇ ਸਾਹ ਕਿਰਿਆ ਆਦਿ ਸਾਰੀਆਂ ਸਾਡੀਆਂ ਤਾਪ ਨਿਕਾਸੀ ਕਿਰਿਆਵਾਂ ਹਨ। ਅਤੇ ਜੋ ਤਾਪ ਸੋਖੀ ਕਿਰਿਆਵਾਂ ਹਨ, ਜਿਹੜੀਆਂ ਰਸਾਇਣਿਕ ਕਿਰਿਆਵਾਂ ਵਿੱਚ ਤਾਪ ਊਰਜਾ ਸੋਖੀ ਜਾਂਦੀ ਹੈ ਉਹਨਾਂ ਨੂੰ ਤਾਪ ਸੋਖੀ ਕਿਰਿਆਵਾਂ ਕਹਿੰਦੇ ਹਨ। ਉਦਾਹਰਨ ਵਜੋਂ ਕੋਕ ਦੀ ਭਾਫ ਨਾਲ ਕਿਰਿਆ, ਪਾਣੀ ਅਤੇ ਯੂਰੀਏ ਦੀ ਕਿਰਿਆ ਆਦਿ। ਪ੍ਰਸ਼ਨ ਨੰਬਰ 10, ਸਾਹ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਸਮਝਿਆ ਜਾਂਦਾ ਹੈ, ਵਿਆਖਿਆ ਕਰੋ। ਉੱਤਰ, ਕਿਉਂਕਿ ਸਾਹ ਕਿਰਿਆ ਦੌਰਾਨ ਗਲੂਕੋਜ਼ ਦਾ ਆਕਸੀਕਰਨ ਹੋ ਕੇ ਊਰਜਾ ਪੈਦਾ ਹੁੰਦੀ ਹੈ, ਇਸ ਲਈ
ਸਾਹ ਕਿਰਿਆ ਨੂੰ ਅਸੀਂ ਤਾਪ ਨਿਕਾਸੀ ਕਿਰਿਆ ਕਹਿ ਸਕਦੇ ਹਾਂ। ਗਲੂਕੋਜ਼ ਦਾ ਸੂਤਰ ਸਾਨੂੰ ਪਤਾ ਹੈ C6H12O6 ਪਲੱਸ 6 ਆਕਸੀਜਨ ਨਾਲ ਕਿਰਿਆ ਕੀਤੀ, 6 ਕਾਰਬਨ ਡਾਈਆਕਸਾਈਡ ਪੈਦਾ ਹੋਈ, 6 ਵਾਟਰ ਐਂਡ ਊਰਜਾ। ਇਸ ਕਰਕੇ ਇਸ ਨੂੰ ਤਾਪ ਨਿਕਾਸੀ ਊਰਜਾ ਕਿਰਿਆ ਵੀ ਕਹਿੰਦੇ ਹਾਂ। ਪ੍ਰਸ਼ਨ ਨੰਬਰ 11, ਅਪਘਟਨ ਕਿਰਿਆਵਾਂ ਨੂੰ ਸੰਯੋਜਨ ਕਿਰਿਆਵਾਂ ਦਾ ਉਲਟ ਕਿਉਂ ਆਖਿਆ ਜਾਂਦਾ ਹੈ? ਇਹਨਾਂ ਕਿਰਿਆਵਾਂ ਲਈ ਸਮੀਕਰਨਾਂ ਲਿਖੋ। ਕਿਉਂਕਿ ਜਿਹੜੀ ਸੰਯੋਜਨ ਕਿਰਿਆ ਹੈ ਉਸ ਵਿੱਚ ਛੋਟੇ ਯੋਗਿਕ ਜੁੜਦੇ ਹਨ ਅਤੇ ਵੱਡੇ ਯੋਗਿਕ ਬਣਦੇ ਆ, ਜਦੋਂ ਕਿ ਅਪਘਟਨ ਕਿਰਿਆ ਵਿੱਚ ਕੀ ਹੈ, ਵੱਡੇ ਯੋਗਿਕ ਟੁੱਟਦੇ ਹਨ ਅਤੇ ਛੋਟੇ ਯੋਗਿਕ ਬਣਦੇ ਹਨ। ਸਾਡਾ ਇਸ ਪ੍ਰਸ਼ਨ ਦੇ ਵਿੱਚ ਆਪਾਂ ਧਿਆਨ ਨਾਲ ਦੇਖੋ ਪੂਰਾ ਦੱਸਿਆ ਹੋਇਆ ਹੈ ਕਿ ਕਿਹੜੇ ਕਿਹੜੇ ਵੱਡੇ ਯੋਗਿਕ ਜਿਹੜੇ ਆ ਟੁੱਟਦੇ ਆ ਤਾਂ ਅਪਘਟਨ ਕਿਰਿਆ ਹੁੰਦੀ ਆ, ਅਤੇ ਛੋਟੇ ਯੋਗਿਕ ਜੁੜਦੇ ਆ ਉਸ ਵਿੱਚ ਤਾਂ ਸੰਯੋਜਨ ਕਿਰਿਆਵਾਂ ਹੁੰਦੀਆਂ ਹਨ। ਸੰਯੋਜਨ ਕਿਰਿਆ ਦੀ ਉਦਾਹਰਨ, ਜਦੋਂ ਕਾਰਬਨ ਭਾਵ C+O2 ਕਿਰਿਆ ਕਰਦੇ ਆ ਤਾਂ CO2 ਬਣਿਆ। ਕਾਰਬਨ ਅਤੇ ਆਕਸੀਜਨ ਛੋਟੇ ਯੋਗਿਕ ਜੁੜ ਕੇ CO2 ਵੱਡਾ ਯੋਗਿਕ ਬਣਿਆ। ਇਸੇ ਤਰ੍ਹਾਂ ਅਪਘਟਨ ਦੇ ਵਿੱਚ ਜ਼ਿੰਕ ਕਾਰਬੋਨੇਟ ਜਿਹੜਾ ਸੀ ZnCO3 ਟੁੱਟ ਕੇ ZnO ਤੇ CO2 ਬਣੇ ਛੋਟੇ ਯੋਗਿਕ, ਇਸ ਕਰਕੇ ਇਹ ਅਪਘਟਨ ਕਿਰਿਆ। ਠੀਕ ਹੈ, ਸੰਯੋਜਨ ਮਤਲਬ ਜੁੜਨਾ ਅਤੇ ਅਪਘਟਨ ਮਤਲਬ ਟੁੱਟਣਾ। ਵੱਡਾ ਯੋਗਿਕ ਥੱਲੇ ਟੁੱਟਿਆ ਤਾਂ ਅਪਘਟਨ ਕਿਰਿਆ ਬਣੀ ਆ, ਅਤੇ ਛੋਟੇ ਯੋਗਿਕ ਜੁੜੇ ਆ ਤਾਂ ਸੰਯੋਜਨ ਕਿਰਿਆ ਹੁੰਦੀ ਹੈ। ਪ੍ਰਸ਼ਨ ਨੰਬਰ 12, ਉਹਨਾਂ ਅਪਘਟਨ ਕਿਰਿਆਵਾਂ ਦੀ ਇੱਕ ਸਮੀਕਰਨ ਲਿਖੋ ਜਿਨ੍ਹਾਂ ਨੂੰ ਤਾਪ, ਪ੍ਰਕਾਸ਼ ਉੱਤੇ ਬਿਜਲੀ ਦੇ ਰੂਪ ਵਿੱਚ ਊਰਜਾ ਦਿੱਤੀ ਜਾਂਦੀ ਹੈ। ਇਸ ਦਾ ਨੰਬਰ 1 ਤੇ ਹੈ ਊੜਾ। ਅਪਘਟਨ ਕਿਰਿਆ ਜਿਸ ਵਿੱਚ ਤਾਪ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਕੈਲਸ਼ੀਅਮ ਕਾਰਬੋਨੇਟ ਨੂੰ ਜਦੋਂ ਤਾਪ ਊਰਜਾ ਦਿੰਦੇ ਹਾਂ, ਹੀਟ ਕਰਦੇ ਹਾਂ, ਤਾਂ ਉਹ ਕੀ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਬਣਦਾ ਹੈ। ਇਸ ਵਿੱਚ ਵੱਡਾ ਯੋਗਿਕ ਤਾਪ ਊਰਜਾ ਦੇ ਦੇਣ ਨਾਲ ਛੋਟੇ ਯੋਗਕਾਂ ਵਿੱਚ ਟੁੱਟ ਗਿਆ, ਇਸ ਕਰਕੇ ਇਹ ਅਪਘਟਨ ਕਿਰਿਆ ਆ। ਐੜਾ ਅਪਘਟਨ ਕਿਰਿਆ ਜਿਸ ਵਿੱਚ ਪ੍ਰਕਾਸ਼ ਊਰਜਾ ਦੀ ਵਰਤੋਂ ਹੁੰਦੀ ਹੈ। ਇਹ ਹੈ ਸਾਡਾ ਸਿਲਵਰ ਕਲੋਰਾਈਡ ਨੂੰ ਜਦੋਂ ਪ੍ਰਕਾਸ਼ ਊਰਜਾ ਦਿੰਦੇ ਹਾਂ ਤਾਂ ਸਿਲਵਰ ਅਤੇ ਕਲੋਰੀਨ ਬਣਦੇ ਛੋਟੇ ਯੋਗਿਕ, ਅਤੇ ਇਹ ਇਸ ਕਰਕੇ ਅਪਘਟਨ ਕਿਰਿਆ ਹੈ। ਅੱਗੇ ਹੈ ਅਪਘਟਨ ਕਿਰਿਆ ਜਿਸ ਵਿੱਚ ਬਿਜਲੀ ਊਰਜਾ ਦੀ ਵਰਤੋਂ ਦਿੰਦੀ ਹੈ। ਜਿਵੇਂ ਵਾਟਰ ਆਪਾਂ ਪਿੱਛੇ ਪੜ੍ਹਿਆ ਸੀ, ਪਾਣੀ ਦਾ ਬਿਜਲਈ ਅਪਘਟਨ, ਉਸ ਵਿੱਚ ਜਦੋਂ ਪਾਣੀ ਵਿੱਚੋਂ ਬਿਜਲੀ ਊਰਜਾ ਲੰਘਾਉਂਦੇ ਹਾਂ ਧਾਰਾ, ਤਾਂ ਉਹ ਹਾਈਡਰੋਜਨ ਅਤੇ ਆਕਸੀਜਨ ਬਣਦੀ ਹੈ, ਅਤੇ ਛੋਟੇ ਯੋਗਿਕ ਭਾਵ ਹਾਈਡਰੋਜਨ ਅਤੇ ਆਕਸੀਜਨ ਬਣੇ ਆ। ਇਸ ਕਰਕੇ ਇਹ ਜਿਹੜਾ ਅਪਘਟਨ ਕਿਰਿਆ ਹੈ ਬਿਜਲੀ ਊਰਜਾ ਦੁਆਰਾ ਕੀਤਾ ਜਾਂਦਾ ਹੈ। ਪ੍ਰਸ਼ਨ ਨੰਬਰ 13, ਵਿਸਥਾਪਨ ਕਿਰਿਆ ਅਤੇ ਦੋਹਰਾ ਵਿਸਥਾਪਨ ਕਿਰਿਆ ਵਿੱਚ ਕੀ ਅੰਤਰ ਹੈ? ਇਹਨਾਂ ਪ੍ਰਤੀਕਿਰਿਆਵਾਂ ਦੀਆਂ ਸਮੀਕਰਨਾਂ ਲਿਖੋ। ਉੱਤਰ, ਵਿਸਥਾਪਨ ਕਿਰਿਆ, ਜਦੋਂ ਕੋਈ ਵੱਧ ਕਿਰਿਆਸ਼ੀਲ ਤੱਤ ਕਿਸੇ ਯੋਗਿਕ ਵਿੱਚੋਂ ਘੱਟ ਕਿਰਿਆਸ਼ੀਲ ਤੱਤ ਨੂੰ ਹਟਾ ਕੇ ਉਸ ਦੀ ਥਾਂ 'ਤੇ ਆ ਜਾਂਦਾ ਹੈ, ਉਹ ਕਿਰਿਆ ਵਿਸਥਾਪਨ ਕਿਰਿਆ ਹੁੰਦੀ ਹੈ। ਇਸ ਦੀ ਉਦਾਹਰਨ ਆਪਾਂ ਪਿੱਛੇ ਵੀ ਬਹੁਤ ਸਾਰੀਆਂ ਕਰ ਚੁੱਕੇ ਹਾਂ। ਹੁਣ ਇੱਕ ਹੋਰ ਹੈ, ਭਾਵ ਕਿ ਲੋਹਾ ਕਾਪਰ ਸਲਫੇਟ ਨਾਲ ਕਿਰਿਆ ਕਰਦਾ ਹੈ FeCuSO4 ਨਾਲ, ਤਾਂ ਲੋਹਾ ਜਿਹੜਾ ਹੈ ਵੱਧ ਕਿਰਿਆਸ਼ੀਲ ਹੋਣ ਕਰਕੇ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ। ਉਸ ਦੇ ਯੋਗਿਕ ਵਿੱਚੋਂ ਕਾਪਰ ਸਲਫੇਟ ਵਿੱਚੋਂ ਕਾਪਰ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਆਪ ਆਇਰਨ ਸਲਫੇਟ ਬਣ ਜਾਂਦਾ ਹੈ, ਭਾਵ FeSO4, ਅਤੇ ਕਾਪਰ ਜਿਹੜਾ ਆ ਅਲੱਗ ਹੋ ਜਾਂਦਾ ਹੈ। ਇਸ ਕਰਕੇ ਇਹ ਸਾਡੀ ਵਿਸਥਾਪਨ ਕਿਰਿਆ ਹੈ। ਹੁਣ ਆਪਾਂ ਦੋਹਰਾ ਵਿਸਥਾਪਨ ਕਿਰਿਆ ਬਾਰੇ ਪੜ੍ਹਦੇ ਹਾਂ। ਦੋਹਰਾ ਵਿਸਥਾਪਨ ਉਹ ਕਿਰਿਆ ਜਿਸ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਆਇਨ ਆਪਸ ਵਿੱਚ ਬਦਲ ਕੇ ਨਵੇਂ ਯੋਗਿਕ ਬਣਾਉਂਦੇ ਹਨ, ਉਸ ਨੂੰ ਦੋਹਰਾ ਵਿਸਥਾਪਨ ਕਿਰਿਆ ਕਹਿੰਦੇ ਹਨ। ਉਦਾਹਰਨ ਵਜੋਂ ਸਿਲਵਰ ਨਾਈਟ੍ਰੇਟ AgNO3 ਪਲੱਸ NaCl ਬਣਦਾ ਹੈ ਪ੍ਰੋਡਕਟ ਜੋ ਸੋਡੀਅਮ ਨਾਈਟ੍ਰੇਟ ਪਲੱਸ ਸਿਲਵਰ ਕਲੋਰਾਈਡ, ਇਸ ਕਰਕੇ ਇਸ ਨੂੰ ਦੋਹਰਾ ਵਿਸਥਾਪਨ ਕਹਿੰਦੇ ਹਾਂ। ਪ੍ਰਸ਼ਨ ਨੰਬਰ 14, ਸਿਲਵਰ ਦੇ ਸ਼ੁੱਧੀਕਰਨ ਵਿੱਚ ਸਿਲਵਰ ਨਾਈਟ੍ਰੇਟ ਦੇ ਘੋਲ ਤੋਂ ਸਿਲਵਰ ਪ੍ਰਾਪਤ ਕਰਨ ਲਈ ਕਾਪਰ ਧਾਤ ਦੁਆਰਾ ਵਿਸਥਾਪਿਤ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਸੰਬੰਧਿਤ ਰਸਾਇਣਕ ਕਿਰਿਆ ਲਿਖੋ। ਜੋ ਰਸਾਇਣਕ ਕਿਰਿਆ ਨੀਚੇ ਲਿਖੀ ਹੋਈ ਹੈ, ਇਸ ਨੂੰ ਆਪਣੀ ਕਾਪੀ ਉੱਤੇ ਵੀ ਲਿਖ ਲੈਣਾ ਅਤੇ ਧਿਆਨ ਨਾਲ ਯਾਦ ਕਰ ਲੈਣਾ। ਪ੍ਰਸ਼ਨ ਨੰਬਰ 15, ਅਵਖੇਪਨ ਪ੍ਰਤੀਕਿਰਿਆ ਤੋਂ ਤੁਹਾਡਾ ਕੀ ਭਾਵ ਹੈ? ਉਦਾਹਰਨ ਦੇ ਕੇ ਵਿਆਖਿਆ ਕਰੋ। ਉੱਤਰ, ਉਹ ਕਿਰਿਆ ਜਿਸ ਵਿੱਚ ਅਘੁਲਣਸ਼ੀਲ ਠੋਸ ਪਦਾਰਥ ਭਾਵ ਅਵਖੇਪ ਪੈਦਾ ਹੁੰਦੇ ਹਨ, ਉਸ ਨੂੰ ਅਵਖੇਪ ਕਿਰਿਆ ਕਹਿੰਦੇ ਹਨ। ਇਸ ਦੀ ਉਦਾਹਰਨ ਹੈ
वेरियम क्लोराइड प्लस एल्यूमीनियम सल्फेट की बनता है एल्यूमीनियम क्लोराइड प्लस वेरियम सल्फेट। प्रश्न नंबर 16 ऑक्सीजन की प्राप्ति ਜਾਂ ਹਾਨੀ ਦੇ ਸੰਬੰਧ ਵਿੱਚ ਹੇਠ ਦਿੱਤਿਆਂ ਦੀ ਵਿਆਖਿਆ ਦੋ ਉਦਾਹਰਨਾਂ ਦੇ ਕੇ ਕਰੋ। ਆਕਸੀਕਰਨ ਅਤੇ ਲਘੂਕਰਨ। ਨੰਬਰ 1 ਤੇ ਹੈ ਆਕਸੀਕਰਨ। ਇਸ ਪ੍ਰਤੀਕਿਰਿਆ ਵਿੱਚ ਆਕਸੀਜਨ ਜੁੜਦੀ ਹੈ ਜਾਂ ਹਾਈਡਰੋਜਨ ਨਿਕਲਦੀ ਹੈ, ਉਸ ਨੂੰ ਆਕਸੀਕਰਨ ਕਹਿੰਦੇ ਹਨ। ਉਦਾਹਰਨ ਹੈ ਜਿਵੇਂ ਕਿ ਆਪਾਂ ਪਿੱਛੇ ਵੀ ਕੀਤੀ ਸੀ, ਕਾਰਬਨ ਨਾਲ ਆਕਸੀਜਨ ਜੁੜਦੀ ਹੈ ਤਾਂ ਆਕਸੀਕਰਨ ਕਾਰਬਨ ਡਾਈਆਕਸਾਈਡ ਬਣਦਾ ਹੈ ਅਤੇ ਇਹ ਆਕਸੀਕਰਨ ਕਿਰਿਆ ਹੈ। ਇਸੇ ਤਰ੍ਹਾਂ ਜਦੋਂ ਜਿਹੜਾ ਗਲੂਕੋਜ਼ ਹੈ ਉਹ ਟੁੱਟਦਾ ਹੈ ਆਕਸੀਜਨ ਨਾਲ ਕਿਰਿਆ ਕਰਕੇ ਸਾਹ ਕਿਰਿਆ ਸਮੇਂ ਤਾਂ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਅਤੇ ਵਾਟਰ ਅਤੇ ਊਰਜਾ ਨਿਕਲਦੀ ਹੈ ਅਤੇ ਇਸ ਕਰਕੇ ਕਾਰਬਨ ਡਾਈਆਕਸਾਈਡ ਪੈਦਾ ਹੋਣ ਕਰਕੇ, ਕਿਉਂਕਿ ਕਾਰਬਨ ਦੇ ਨਾਲ ਆਕਸੀਜਨ ਜੁੜਦੀ ਹੈ ਅਤੇ ਹਾਈਡਰੋਜਨ ਨਾਲ ਆਕਸੀਜਨ ਜੁੜਦੀ ਹੈ, ਇਸ ਕਰਕੇ ਇਹ ਇੱਕ ਆਕਸੀਕਰਨ ਕਿਰਿਆ ਹੈ। ਲਘੂਕਰਨ ਉਹ ਪ੍ਰਤੀਕਿਰਿਆ ਜਿਸ ਵਿੱਚ ਹਾਈਡਰੋਜਨ ਜੁੜਦੀ ਹੈ ਜਾਂ ਆਕਸੀਜਨ ਨਿਕਲਦੀ ਹੈ ਉਸ ਨੂੰ ਲਘੂਕਰਨ ਜਾਂ ਰਿਡਕਸ਼ਨ ਕਹਿੰਦੇ ਹਾਂ। ਉਦਾਹਰਨ ਹੈ ਇਸ ਦੀ ਹਾਈਡਰੋਜਨ ਪਲਸ ਕਲੋਰੀਨ, ਹਾਈਡਰੋਜਨ ਕਲੋਰਾਈਡ, ਕਲੋਰੀਨ ਨਾਲ ਹਾਈਡਰੋਜਨ ਐਡ ਹੋ ਗਈ, ਲਘੂਕਰਨ ਹੋ ਗਿਆ। ਇਸੇ ਤਰ੍ਹਾਂ ਕਾਪਰ ਆਕਸਾਈਡ ਵਿੱਚੋਂ ਆਕਸੀਜਨ ਨਿਕਲ ਗਈ, ਕਾਪਰ ਇਕੱਲਾ ਰਹਿ ਗਿਆ ਸਮੀਕਰਨ ਦੇ ਵਿੱਚ ਦਿੱਤਾ ਹੋਇਆ ਅਤੇ ਇਸ ਕਰਕੇ ਇਹ ਸਾਡਾ ਲਘੂਕਰਨ ਹੈ। ਪ੍ਰਸ਼ਨ ਨੰਬਰ 14 ਇੱਕ ਭੂਰੇ ਰੰਗ ਦਾ ਚਮਕਦਾਰ ਤੱਤ ਹਵਾ ਦੀ ਹੋਂਦ ਵਿੱਚ ਗਰਮ ਕਰਨ ਨਾਲ ਕਾਲੇ ਰੰਗ ਦਾ ਹੋ ਜਾਂਦਾ ਹੈ। ਇਸ ਤੱਤ X ਅਤੇ ਕਾਲੇ ਰੰਗ ਦੇ ਪੈਦਾ ਹੋਏ ਯੋਗਕ ਦਾ ਨਾਮ ਦੱਸੋ। ਇਸ ਦਾ ਉੱਤਰ ਹੈ ਭੂਰੇ ਰੰਗ ਦਾ ਚਮਕਦਾਰ ਤੱਤ ਕਾਪਰ ਹੈ। ਕਾਪਰ ਨੂੰ ਹਵਾ ਵਿੱਚ ਗਰਮ ਕਰਨ 'ਤੇ ਕਾਲੇ ਰੰਗ ਦਾ ਪਦਾਰਥ ਕਾਪਰ ਆਕਸਾਈਡ ਬਣਦਾ ਹੈ। ਇਸ ਦੀ ਰਸਾਇਣਕ ਸਮੀਕਰਨ ਦਿੱਤੀ ਹੋਈ ਹੈ, ਕਾਪਰ ਪਲਸ ਆਕਸੀਜਨ ਦੀ ਹਾਜ਼ਰੀ ਵਿੱਚ ਉਸ ਨੂੰ ਗਰਮ ਕਰਨਾ ਅਤੇ ਕਾਪਰ ਆਕਸਾਈਡ ਕਾਲੇ ਰੰਗ ਦਾ ਪਦਾਰਥ ਬਣਦਾ ਹੈ। ਪ੍ਰਸ਼ਨ ਨੰਬਰ 18 ਲੋਹੇ ਦੀਆਂ ਵਸਤੂਆਂ ਨੂੰ ਅਸੀਂ ਪੇਂਟ ਕਿਉਂ ਕਰਦੇ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗ ਜਾਂਦਾ ਹੈ ਅਤੇ ਉਸ ਨੂੰ ਹਵਾ ਦੇ ਸੰਪਰਕ ਤੋਂ ਆਉਣ ਤੋਂ ਰੋਕਣ ਲਈ, ਭਾਵ ਜੰਗ ਲੱਗਣ ਤੋਂ ਬਚਾਉਣ ਲਈ ਉਸ ਨੂੰ ਪੇਂਟ ਕੀਤਾ ਜਾਂਦਾ ਹੈ। ਪ੍ਰਸ਼ਨ ਨੰਬਰ 19 ਤੇਲ ਅਤੇ ਫੈਟ ਰੱਖਣ ਵਾਲਿਆਂ ਭੋਜਨ ਪਦਾਰਥਾਂ ਨੂੰ ਨਾਈਟ੍ਰੋਜਨ ਨਾਲ ਕਿਉਂ ਪ੍ਰਭਾਵਿਤ ਕੀਤਾ ਜਾਂਦਾ ਹੈ। ਉੱਤਰ ਤੇਲ ਅਤੇ ਫੈਟ ਰੱਖਣ ਵਾਲੀਆਂ ਵਸਤੂਆਂ ਆਕਸੀਜਨ ਨਾਲ ਕਿਰਿਆ ਕਰਕੇ ਜ਼ਹਿਰੀਲੇ ਫੈਟੀ ਐਸਿਡ ਬਣਾਉਂਦੀਆਂ ਹਨ, ਜਿਸ ਕਰਕੇ ਇਹਨਾਂ ਵਿੱਚੋਂ ਦੁਰਗੰਧ ਭਾਵ ਬਦਬੂ ਆਉਣ ਲੱਗਦੀ ਹੈ। ਇਸ ਨੂੰ ਦੁਰਗੰਧਤਾ ਕਹਿੰਦੇ ਹਨ। ਇਸ ਕਿਰਿਆ ਨੂੰ ਰੋਕਣ ਲਈ ਅਸੀਂ ਪੈਕਟਾਂ ਵਿੱਚ ਨਾਈਟ੍ਰੋਜਨ ਭਰਦੇ ਹਾਂ, ਕਿਉਂਕਿ ਨਾਈਟ੍ਰੋਜਨ ਗੈਸ ਇੱਕ ਅਕਿਰਿਆਸ਼ੀਲ ਗੈਸ ਹੈ। ਇਸ ਕਰਕੇ ਨਾਈਟ੍ਰੋਜਨ ਦੇ ਆਪਾਂ ਗੈਸ ਦੇ ਵਿੱਚ ਜਾਂ ਨਾਈਟ੍ਰੋਜਨ ਨਾਲ ਪ੍ਰਭਾਵਿਤ ਭੋਜਨ ਪਦਾਰਥਾਂ ਨੂੰ ਜਿਵੇਂ ਕਿ ਤੇਲ, ਫੈਟ ਆਦਿ ਜਿਹੜੇ ਆ ਉਹਨਾਂ ਨੂੰ ਬਚਾਉਣ ਲਈ ਇਸ ਨਾਲ ਪ੍ਰਭਾਵਿਤ ਕਰਦੇ ਹਾਂ ਨਾਈਟ੍ਰੋਜਨ ਨਾਲ। ਪ੍ਰਸ਼ਨ ਨੰਬਰ 20 ਹੇਠ ਲਿਖੇ ਪਦਾਂ ਦੀਆਂ ਵਿਆਖਿਆ ਕਰੋ। ਖੋਰਨ ਅਤੇ ਦੁਰਗੰਧਤਾ। ਉੱਤਰ ਖੋਰਨ ਕੁਝ ਧਾਤਾਂ ਦੀ ਸਤ੍ਹਾ ਹਵਾ ਵਿਚਲੀਆਂ ਗੈਸਾਂ ਅਤੇ ਪਾਣੀ ਨਾਲ ਕਿਰਿਆ ਕਰਕੇ ਖੁਰਨ ਲੱਗਦੀਆਂ ਹਨ। ਇਸ ਕਿਰਿਆ ਨੂੰ ਧਾਤਾਂ ਦਾ ਖੋਰਨ ਕਹਿੰਦੇ ਹਨ। ਲੋਹੇ ਦੇ ਖੋਰਨ ਨੂੰ ਜੰਗ ਲੱਗਣਾ ਵੀ ਕਹਿੰਦੇ ਹਨ ਅਤੇ ਇਸ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਪੇਂਟ ਕਰਕੇ, ਗਰੀਸ ਲਗਾ ਕੇ ਜਾਂ ਗਲਵੈਨੀਕਰਨ ਕਰਕੇ ਵੀ ਲੋਹੇ ਨੂੰ ਜੰਗ ਲੱਗਣ ਤੋਂ ਜਾਂ ਖੋਰਨ ਤੋਂ ਬਚਾਇਆ ਜਾ ਸਕਦਾ ਹੈ। ਐੜਾ ਦੁਰਗੰਧਤਾ ਤੇਲ ਅਤੇ ਫੈਟ ਰੱਖਣ ਵਾਲੀਆਂ ਵਸਤੂਆਂ ਆਕਸੀਜਨ ਨਾਲ ਕਿਰਿਆ ਕਰਕੇ ਜ਼ਹਿਰੀਲੇ ਫੈਟੀ ਐਸਿਡ ਬਣਾਉਂਦੀਆਂ ਹਨ, ਜਿਸ ਕਰਕੇ ਇਹਨਾਂ ਵਿੱਚੋਂ ਦੁਰਗੰਧ ਆਉਣ ਲੱਗਦੀ ਹੈ। ਇਸ ਨੂੰ ਦੁਰਗੰਧਤਾ ਕਹਿੰਦੇ ਹਨ। ਇਸ ਕਿਰਿਆ ਨੂੰ ਰੋਕਣ ਲਈ ਅਸੀਂ ਪੈਕਟਾਂ ਵਿੱਚ ਨਾਈਟ੍ਰੋਜਨ ਭਰਦੇ ਹਾਂ, ਕਿਉਂਕਿ ਨਾਈਟ੍ਰੋਜਨ ਗੈਸ ਇੱਕ ਅਕਿਰਿਆਸ਼ੀਲ ਗੈਸ ਹੈ ਅਤੇ ਉਹਨਾਂ ਭੋਜਨ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ। ਇਸ ਤਰ੍ਹਾਂ ਦੇ ਬਾਕੀ ਜੋ 10th ਦੇ ਲੈਸਨ ਹਨ ਉਹਨਾਂ ਦੇ ਪ੍ਰਸ਼ਨ ਉੱਤਰ ਸੋਲਵ ਕਰਕੇ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਰਹਾਂਗਾ। ਇਸ ਲਈ ਪਲੀਜ਼ ਮੇਰੇ ਇਸ ਚੈਨਲ ਨੂੰ, ਮਨਮੋਹਨ ਸਿੰਘ ਬੈਂਚ ਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਆਲ ਦਾ ਬੈਸਟ, ਥੈਂਕ ਯੂ।